ਹੈਲੋ ਫਰੈਂਡਸ, ਵੈਲਕਮ ਟੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਸਾਡੇ ਇਸ ਚੈਨਲ ਰਾਹੀਂ ਮੈਂ ਤੁਹਾਨੂੰ ਇੰਡੀਅਨ ਪੋਲੀਟੀਕਲ ਸਾਇੰਸ ਹੈ ਪੰਜਾਬੀ ਮੀਡੀਅਮ ਵਿੱਚ ਕਵਰ ਕਰਵਾਉਂਗਾ। ਇਹ ਤੁਹਾਨੂੰ ਮੈਂ ਜਮਾਂ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਕਵਰ ਕਰਵਾਉਂਗਾ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਵੀ ਕਰਵਾਉਂਗਾ। ਸੰਵਿਧਾਨ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪਊਗਾ ਇਤਿਹਾਸਿਕ ਪਿਛੋਕੜ ਕੀ ਆਪਣੇ ਸੰਵਿਧਾਨ ਦਾ। ਜਿਹੜਾ ਆਪਾਂ ਅੱਜ ਸੰਵਿਧਾਨ ਦੇਖਦੇ ਹਾਂ ਬਣਿਆ ਹੋਇਆ, ਕਿ ਇਹ ਕਿਵੇਂ ਬਣਿਆ, ਕਿ ਇਹਦੀ ਨੀਂਹ ਕਦੋਂ ਰੱਖੀ ਗਈ, ਕੀ ਇਹਦੇ ਪ੍ਰਭਾਵ ਪਏ ਹੈ, ਉਹ ਸਾਰਾ ਕੁਛ ਆਪਾਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ। ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਭਾਰਤੀ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ ਦੇਖਦੇ ਹਾਂ ਅੱਗੇ। ਅੰਗਰੇਜ਼ਾਂ ਨੇ 31 ਦਸੰਬਰ 1600 ਈਸਵੀ ਵਿੱਚ ਵਪਾਰ ਕਰਨ ਦੇ ਉਦੇਸ਼ ਨਾਲ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਹਾਂਜੀ, ਇਹਦੇ ਵਿੱਚ ਜਿਹੜੇ ਮੈਂ ਇੰਪੋਰਟੈਂਟ ਹੋਣਗੇ ਅੰਡਰਲਾਈਨ ਕਰੂੰਗਾ, ਤੁਸੀਂ ਉਹ ਚੀਜ਼ਾਂ ਯਾਦ ਰੱਖਣੀਆਂ ਕਿ ਈਸਟ ਇੰਡੀਆ ਕੰਪਨੀ ਦੀ ਜਿਹੜੀ ਸਥਾਪਨਾ ਕਦੋਂ ਹੋਈ ਸੀ, 31 ਦਸੰਬਰ 1600 ਈਸਵੀ ਵਿੱਚ। ਇਹ ਕੰਪਨੀ ਦਾ ਮੁੱਖ ਉਦੇਸ਼ ਕੀ ਸੀਗਾ? ਭਾਰਤ ਨਾਲ ਵਪਾਰ ਕਰਨ ਦਾ ਉਦੇਸ਼ ਨਾਲ ਭਾਰਤ ਆਈ ਸੀਗੀ। ਇਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਈਸਟ ਇੰਡੀਆ ਕੰਪਨੀ ਦੀ। ਹੁਣ ਇਹ ਕਿਵੇਂ ਬਣੀ ਹੈ? ਇਹ ਇੱਕ ਇੰਗਲੈਂਡ ਦੀ ਕੰਪਨੀ ਸੀ, ਮਰਚੈਂਟ ਐਡਵੈਂਚਰ ਨਾਮ ਦੀ ਕੰਪਨੀ ਸੀ। ਉਹਦੀ ਇੱਕ ਸ਼ਾਖਾ ਦਾ ਨਿਰਮਾਣ ਕੀਤਾ ਗਿਆ ਸੀ। ਕਾਹਦੇ ਲਈ? ਸਪੈਸ਼ਲੀ ਭਾਰਤ ਨਾਲ ਵਪਾਰ ਕਰਨ ਦੇ ਲਈ। ਇਹ ਇੱਕ ਪ੍ਰਾਈਵੇਟ ਕੰਪਨੀ ਸੀ। ਇਹਦੇ 217 ਸਾਂਝੀਦਾਰ ਸੀ। ਜੇ ਆਪਾਂ ਹੋਰ ਕੰਪਨੀ ਦੀ ਗੱਲ ਕਰੀਏ, ਜਿਵੇਂ ਪੁਰਤਗਾਲੀਆਂ ਦੀਆਂ, ਫਰਾਂਸਿਸ ਦੀਆਂ, ਡੱਚਾਂ ਦੀਆਂ, ਡੈਨਿਸ ਦੀਆਂ ਜਿਹੜੀਆਂ ਉਹ ਕੰਪਨੀਆਂ ਆਈਆਂ ਸੀ, ਉਹ ਸਾਰੀਆਂ ਸਰਕਾਰੀ ਸੀ। ਅਤੇ ਜਿਹੜੀ ਇੰਗਲੈਂਡ ਦੀ ਕੰਪਨੀ ਸੀ ਈਸਟ ਇੰਡੀਆ ਕੰਪਨੀ, ਇਹ ਇੱਕ ਪ੍ਰਾਈਵੇਟ ਕੰਪਨੀ ਸੀਗੀ। ਅੱਗੇ ਹੈ ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ ਚਾਰਟਰ ਦੁਆਰਾ ਅੰਗਰੇਜ਼ਾਂ ਨੂੰ ਭਾਰਤ ਨਾਲ ਖੁੱਲ੍ਹਾ ਵਪਾਰ ਕਰਨ ਦਾ ਇੱਕ ਅਧਿਕਾਰ ਦਿੱਤਾ। ਇਹਦੇ ਵਿੱਚ ਕੀ ਆ ਕਿ ਅੰਗਰੇਜ਼ਾਂ ਨੂੰ ਭਾਰਤ ਨਾਲ ਖੁੱਲ੍ਹਾ ਵਪਾਰ ਕਰਨ ਦਾ ਇੱਕ ਅਧਿਕਾਰ ਕਿਹਨੇ ਦਿੱਤਾ? ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ। ਕਾਹਦੇ ਨਾਲ ਦਿੱਤਾ? ਚਾਰਟਰ ਦੁਆਰਾ। ਕਿਹੋ ਜਿਹਾ ਵਪਾਰ ਕਰਨ ਦਾ? ਖੁੱਲ੍ਹਾ ਵਪਾਰ ਕਰਨ ਦਾ ਇੱਕ ਅਧਿਕਾਰ। ਇੱਕ ਅਧਿਕਾਰ ਦਾ ਮਤਲਬ ਹੁੰਦਾ ਇੱਕ ਕੰਪਨੀ ਨੂੰ ਹੀ ਅਧਿਕਾਰ ਦਿੱਤਾ ਗਿਆ। ਅੱਗੇ ਹੈ ਅਜੇ ਤੱਕ ਕੰਪਨੀ ਸਿਰਫ ਵਪਾਰਕ ਕੰਮਾਂ ਤੱਕ ਹੀ ਸੀਮਿਤ ਸੀ। ਕੰਪਨੀ ਨੇ 1765 ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦੀਵਾਨੀ ਅਧਿਕਾਰ ਪ੍ਰਾਪਤ ਕਰ ਲਏ। ਕਦੋਂ ਕਰ ਲਏ ਸੀ? 1765 ਵਿੱਚ। ਕਿਹਦੇ? ਬੰਗਾਲ, ਬਿਹਾਰ ਅਤੇ ਉੜੀਸਾ ਦੇ। ਇਹ ਦੇਖਦੇ ਹਾਂ ਅਧਿਕਾਰ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਏ। ਇਹ ਅਧਿਕਾਰ ਕੰਪਨੀ ਨੂੰ ਬਕਸਰ ਦੇ ਯੁੱਧ ਤੋਂ ਬਾਅਦ ਇਲਾਹਾਬਾਦ ਦੀ ਜਿਹੜੀ ਸੰਧੀ ਹੋਈ 1765 ਉਹਦੇ ਨਾਲ ਪ੍ਰਾਪਤ ਹੋਏ ਆ। ਹੁਣ ਗੱਲ ਕਰੀਏ ਆਪਾਂ ਬਕਸਰ ਦੇ ਯੁੱਧ ਦੀ, ਤਾਂ ਬਕਸਰ ਦਾ ਯੁੱਧ ਜਿਹੜਾ 22 ਅਕਤੂਬਰ 1764 ਈਸਵੀ ਵਿੱਚ ਹੋਇਆ ਸੀ। ਕਿਹਦੇ ਵਿੱਚ ਹੋਇਆ ਸੀ ਉਹ ਆਪਾਂ ਦੇਖਦੇ ਹਾਂ। ਬਕਸਰ ਦੇ ਯੁੱਧ ਦੇ ਵਿੱਚ ਬੰਗਾਲ ਦਾ ਨਵਾਬ ਮੀਰ ਕਾਸਿਮ ਸੀ, ਅਵਧ ਦਾ ਨਵਾਬ ਸ਼ਜਾਉਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਸੀ, ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜੇ ਸੀਗੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਕੌਣ ਕੌਣ ਸੀ। ਬੰਗਾਲ ਦਾ ਨਵਾਬ ਮੀਰ ਕਾਸਿਮ ਸੀਗਾ, ਅਵਧ ਦਾ ਨਵਾਬ ਸ਼ਜਾਉਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਸੀਗਾ। ਅੱਗੇ ਹੈ ਦੂਜੇ ਪਾਸੇ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਹਨੇ ਕੀਤੀ ਸੀ? ਉਹ ਸੀਗਾ ਹੈਕਟਰ ਮੁਨਰੋ। ਹਾਂਜੀ, ਇਹ ਵੀ ਤੁਸੀਂ ਯਾਦ ਰੱਖਣਾ ਕਿ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਹਨੇ ਕੀਤੀ ਸੀ? ਹੈਕਟਰ ਮੁਨਰੋ ਨੇ। ਅਤੇ ਯੁੱਧ ਦਾ ਨਤੀਜਾ ਕੀ ਨਿਕਲਿਆ ਸੀ? ਇਹਦੇ ਵਿੱਚ ਅੰਗਰੇਜ਼ ਸੀਗੇ ਜਿਹੜੇ ਜਿੱਤ ਗਏ ਸੀਗੇ। ਜਿੱਤਣ ਤੋਂ ਬਾਅਦ 1765 ਵਿੱਚ ਇਲਾਹਾਬਾਦ ਦੀ ਸੰਧੀ ਹੋਈ। ਉਹਦੇ ਵਿੱਚ ਇਹਨਾਂ ਨੇ ਸ਼ਰਤਾਂ ਰੱਖੀਆਂ। ਉਹਨਾਂ ਸ਼ਰਤਾਂ ਦੇ ਅਨੁਸਾਰ ਹੀ ਜਿਹੜੇ ਸੀਗੇ ਬੰਗਾਲ, ਬਿਹਾਰ, ਉੜੀਸਾ ਦੇ ਦੀਵਾਨੀ ਅਧਿਕਾਰ ਹੈ ਕੰਪਨੀ ਨੂੰ ਮਿਲ ਗਏ ਸੀ। ਜਿਹੜੀਆਂ ਇਹਦੇ ਵਿੱਚ ਸ਼ਰਤਾਂ ਸੀਗੀਆਂ, ਜਿਹੜਾ ਹੋਰ ਵੀ ਕਈ ਸ਼ਰਤਾਂ ਸੀਗੀਆਂ, ਉਹ ਆਪਾਂ ਮਾਡਰਨ ਹਿਸਟਰੀ ਵਿੱਚ ਜਾਣਾਂਗੇ ਕਿ ਕਿਹੜੀਆਂ ਸ਼ਰਤਾਂ ਸੀਗੀਆਂ। ਅੱਗੇ ਹੈ 1857 ਈਸਵੀ ਦੇ ਸੈਨਿਕ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਤਾਜ ਨੇ ਭਾਰਤ ਦੇ ਸ਼ਾਸਨ ਪ੍ਰਬੰਧ ਨੂੰ ਪ੍ਰਤੱਖ ਰੂਪ ਵਿੱਚ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਕਦੋਂ ਲਿਆ? 1857 ਈਸਵੀ ਦੇ ਸੈਨਿਕ ਵਿਦਰੋਹ ਤੋਂ ਬਾਅਦ। ਕੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 1857 ਤੋਂ ਪਹਿਲਾਂ ਕਿ 1857 ਵਿੱਚ ਕੰਪਨੀ ਦਾ ਜਿਹੜਾ ਸ਼ਾਸਨ ਸੀ ਉਹ ਤਾਂ ਖਤਮ ਹੋ ਗਿਆ, ਅਤੇ ਕਿਹਦਾ ਸ਼ਾਸਨ ਚੱਲ ਪਿਆ? ਬ੍ਰਿਟਿਸ਼ ਤਾਜ ਦਾ ਸ਼ਾਸਨ ਸੀਗਾ। 1857 ਤੋਂ ਸ਼ੁਰੂ ਹੋ ਗਿਆ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ 15 ਅਗਸਤ 1947 ਤੱਕ ਜਾਰੀ ਰਿਹਾ। ਅੱਗੇ ਹੈ ਸੁਤੰਤਰਤਾ ਮਿਲਣ ਦੇ ਨਾਲ ਹੀ ਭਾਰਤ ਲਈ ਇੱਕ ਸੰਵਿਧਾਨ ਦੀ ਜ਼ਰੂਰਤ ਮਹਿਸੂਸ ਹੋਈ। ਜਦੋਂ ਆਪਣਾ ਭਾਰਤ ਦੇਸ਼ ਆਜ਼ਾਦ ਹੋਇਆ ਤਾਂ ਆਪਣੇ ਦੇਸ਼ ਨੂੰ ਚਲਾਉਣ ਲਈ ਕੀ ਨੀਤੀਆਂ, ਕੀ ਯੋਜਨਾਵਾਂ, ਆਪਣੇ ਦੇਸ਼ ਨੂੰ ਕੌਣ ਸੰਭਾਲੂਗਾ? ਠੀਕ ਹੈ, ਇਸ ਤਰੀਕੇ ਨਾਲ ਕੀ ਸੀ? ਇੱਕ ਸੰਵਿਧਾਨ ਦੀ ਜ਼ਰੂਰਤ ਮਹਿਸੂਸ ਹੋਈ। ਦੇਖਦੇ ਹਾਂ ਕਿ ਆਪਣਾ ਸੰਵਿਧਾਨ ਕਿਵੇਂ ਤਿਆਰ ਹੋਇਆ। ਇਸ ਨੂੰ ਅਮਲੀ ਰੂਪ ਦੇਣ ਦੇ ਉਦੇਸ਼ ਨਾਲ 1946 ਈਸਵੀ ਵਿੱਚ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ। ਆਪਣਾ ਸੰਵਿਧਾਨ ਕਿਹਨੇ ਤਿਆਰ ਕੀਤਾ ਹੈ? ਤਾਂ ਸੰਵਿਧਾਨ ਸਭਾ ਨੇ ਕੀਤਾ। ਹੁਣ ਆਪਾਂ ਗੱਲ ਕਰੀਏ ਕਿ ਸੰਵਿਧਾਨ ਸਭਾ ਦਾ ਗਠਨ ਕਦੋਂ ਹੋਇਆ? ਇਹ ਹੋਇਆ 1946 ਈਸਵੀ ਵਿੱਚ। ਅੰਤ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਆਪਣੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ ਇਹ ਲਾਗੂ ਹੋਇਆ। ਇਹ ਤਾਂ ਹੋਇਆ ਸੀ ਪੂਰਨ ਤੌਰ 'ਤੇ ਲਾਗੂ। ਹੁਣ ਆਪਾਂ ਗੱਲ ਕਰੀਏ ਕਿ ਬਣ ਕੇ ਕਦੋਂ ਤਿਆਰ ਹੋ ਗਿਆ ਸੀ, ਤਾਂ 26 ਨਵੰਬਰ 1949 ਨੂੰ।
1949 ਨੂੰ ਇਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਤੇ ਇਸ ਦਿਨ ਤੋਂ ਇਹਦੇ ਜਿਹੜੇ ਕੁਛ ਆਰਟੀਕਲ ਸੀਗੇ ਇਸ ਦਿਨ ਤੋਂ ਹੀ ਲਾਗੂ ਕਰ ਦਿੱਤੇ ਗਏ, ਪਰ ਪੂਰਨ ਤੌਰ 'ਤੇ ਲਾਗੂ ਨਹੀਂ ਹੋਇਆ ਸੀ 26 ਨਵੰਬਰ 1949 ਨੂੰ। ਤੇ ਪੂਰਨ ਤੌਰ 'ਤੇ ਗੱਲ ਕੀਤੀ ਜਾਵੇ ਤਾਂ 26 ਜਨਵਰੀ 1950 ਨੂੰ ਆਪਣਾ ਜਿਹੜਾ ਸੰਵਿਧਾਨ ਹੈ ਲਾਗੂ ਹੋਇਆ ਸੀ। ਅੱਗੇ ਆਪਾਂ ਜਾਣਾਂਗੇ ਕਿ 26 ਨਵੰਬਰ 1949 ਨੂੰ ਕਿਹੜੇ ਆਰਟੀਕਲ ਲਾਗੂ ਹੋਏ ਸੀ। ਅੱਗੇ ਹੈ ਭਾਰਤੀ ਸੰਵਿਧਾਨ ਅਤੇ ਰਾਜ ਵਿਵਸਥਾ ਦੀਆਂ ਅਨੇਕ ਵਿਸ਼ੇਸ਼ਤਾਵਾਂ ਬ੍ਰਿਟਿਸ਼ ਸ਼ਾਸਨ ਤੋਂ ਗ੍ਰਹਿਣ ਕੀਤੀਆਂ ਗਈਆਂ ਹਨ। ਕਿਹੜੀਆਂ? ਇੱਕ ਤਾਂ ਭਾਰਤੀ ਸੰਵਿਧਾਨ ਅਤੇ ਰਾਜ ਵਿਵਸਥਾ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਕਿਤੋਂ ਲਈਆਂ? ਬ੍ਰਿਟਿਸ਼ ਸ਼ਾਸਨ ਤੋਂ ਲਈਆਂ। ਇਸ ਤੋਂ ਇਲਾਵਾ ਬ੍ਰਿਟਿਸ਼ ਸ਼ਾਸਨ ਵਿੱਚ ਕੁਝ ਘਟਨਾਵਾਂ ਅਜਿਹੀਆਂ ਸਨ ਜਿਨ੍ਹਾਂ ਕਾਰਨ ਬ੍ਰਿਟਿਸ਼ ਸ਼ਾਸਿਤ ਭਾਰਤ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਵਿਧਾਇਕ ਰੂਪ ਰੇਖਾ ਦਾ ਨਿਰਮਾਣ ਕੀਤਾ ਗਿਆ। ਅੱਗੇ ਹੈ ਇਹਨਾਂ ਘਟਨਾਵਾਂ ਨੇ ਸਾਡੇ ਸੰਵਿਧਾਨ ਅਤੇ ਰਾਜਤੰਤਰ 'ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਕਿਹਨੂੰ? ਅੰਗਰੇਜ਼ਾਂ ਦੇ ਰਾਜ ਨੂੰ। ਪਹਿਲਾ ਸੀਗਾ ਕੰਪਨੀ ਦਾ ਸ਼ਾਸਨ, ਜਿਹੜਾ 1773 ਤੋਂ ਲੈ ਕੇ 1858 ਤੱਕ ਚੱਲਦਾ ਰਿਹਾ। ਕਿ ਜਦੋਂ 1857 ਵਿੱਚ ਸੈਨਿਕ ਵਿਦਰੋਹ ਹੋਇਆ ਤਾਂ ਉਹਦੇ ਨਾਲ ਕੀ ਹੋਇਆ? ਕੰਪਨੀ ਦਾ ਜਿਹੜਾ ਸ਼ਾਸਨ ਸੀ ਖਤਮ ਹੋ ਗਿਆ ਅਤੇ ਸਮਰਾਟ ਦਾ ਸ਼ਾਸਨ ਸ਼ੁਰੂ ਹੋ ਗਿਆ। ਫਿਰ ਇਹ 1858 ਤੋਂ ਲੈ ਕੇ 1947 ਤੱਕ ਚੱਲਦਾ ਰਿਹਾ ਸਮਰਾਟ ਦਾ ਸ਼ਾਸਨ। ਅੱਗੇ ਹੁਣ ਗੱਲ ਕਰਦੇ ਆਪਾਂ ਕੰਪਨੀ ਦੇ ਸ਼ਾਸਨ ਦੀ। ਜਿਹੜਾ ਕੰਪਨੀ ਦਾ ਸ਼ਾਸਨ ਆ ਉਹ ਚੱਲਿਆ 1773 ਤੋਂ 1858 ਈਸਵੀ ਤੱਕ। ਇਹਦੇ ਵਿੱਚ ਜਿਹੜੇ ਐਕਟ ਆਏ ਜਾਂ ਕਾਨੂੰਨ ਆਏ ਆਪਾਂ ਦੇਖਦੇ ਹਾਂ। ਪਹਿਲਾ ਕਾਨੂੰਨ ਆਇਆ 1773 ਦਾ ਰੈਗੂਲੇਟਿੰਗ ਐਕਟ। ਇਹਨੂੰ ਪਹਿਲਾ ਲਿਖਤੀ ਕਾਨੂੰਨ ਵੀ ਕਿਹਾ ਜਾਂਦਾ। ਇਸ ਤੋਂ ਬਾਅਦ ਹੈ 1781 ਦਾ ਸੰਸ਼ੋਧਨ ਅਧਿਨਿਯਮ। ਇਹ ਐਕਟ ਸੀ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਲਿਆਂਦਾ ਗਿਆ ਸੀ। 1781 ਦਾ ਸੰਸ਼ੋਧਨ ਅਧਿਨਿਯਮ। ਫਿਰ ਅੱਗੇ 1784 ਦਾ ਪਿਟਸ ਇੰਡੀਆ ਐਕਟ। ਫਿਰ 1786 ਦਾ ਅਧਿਨਿਯਮ ਆਇਆ। ਫਿਰ 1813 ਦਾ ਚਾਰਟਰ ਕਾਨੂੰਨ ਆਇਆ। ਫਿਰ 1833 ਦਾ ਚਾਰਟਰ ਅਧਿਨਿਯਮ ਆਇਆ। ਅੱਗੇ ਹੈ 1853 ਈਸਵੀ ਦਾ ਚਾਰਟਰ ਅਧਿਨਿਯਮ। ਯਾਨੀ 7 ਜਿਹੜੇ ਆਪਾਂ ਕਹਿ ਦਈਏ ਕਾਨੂੰਨ ਹੈ ਜਾਂ ਅਧਿਨਿਯਮ ਆਏ ਹੈ, ਇਹ ਆਏ ਆ ਕੰਪਨੀ ਦੇ ਸ਼ਾਸਨ ਦੇ ਅਧੀਨ। ਫਿਰ ਅੱਗੇ ਹੈ 1773 ਦਾ ਰੈਗੂਲੇਟਿੰਗ ਐਕਟ। ਇਹਦੀਆਂ ਆਪਾਂ ਜਾਣਦੇ ਹਾਂ ਕੀ ਵਿਸ਼ੇਸ਼ਤਾਵਾਂ ਸੀ, ਕੀ ਇਹਦਾ ਸੰਵਿਧਾਨਿਕ ਮਹੱਤਵ ਸੀ। ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਸੰਵਿਧਾਨਿਕ ਮਹੱਤਵ ਦੀ, ਕਿ ਸੰਵਿਧਾਨਿਕ ਪੱਖੋਂ ਕਿਉਂ ਮਹੱਤਵਪੂਰਨ ਸੀਗਾ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਨਿਯਮਤ ਅਤੇ ਨਿਯੰਤਰਣ ਕਰਨ ਲਈ ਬ੍ਰਿਟਿਸ਼ ਸਰਕਾਰ ਦੁਆਰਾ ਚੁੱਕਿਆ ਗਿਆ ਇਹ ਪਹਿਲਾ ਕਦਮ ਸੀ। ਹਾਂਜੀ, ਪਹਿਲਾ ਤਾਂ ਇਹਦਾ ਪੁਆਇੰਟ ਇਹ ਹੋ ਗਿਆ ਕਿ ਸੰਵਿਧਾਨਕ ਪੱਖੋਂ ਕਿਉਂ ਮਹੱਤਵਪੂਰਨ ਸੀ, ਕਿ ਨਿਯਮਤ ਅਤੇ ਨਿਯੰਤਰਣ ਕਰਨ ਲਈ। ਨਿਯਮਤ ਐਵੇਂ ਚਾਹੁੰਦੇ ਸੀ ਕਿ ਕੰਪਨੀ ਜਿਹੜਾ ਸ਼ਾਸਨ ਹੈ ਉਹਨੂੰ ਅੱਗੇ ਵਧਾਇਆ ਜਾਵੇ, ਕਿ ਹੋਰ ਰਾਜ ਕਰਦੇ ਜਾਣ, ਕਿ ਉਹ ਆਜ਼ਾਦ ਨਹੀਂ ਕਰਨਾ ਚਾਹੁੰਦੇ ਸੀ, ਕਿ ਉਹ ਕਹਿੰਦੇ ਸੀ ਸਾਡਾ ਸਾਮਰਾਜ ਫੈਲਦਾ ਹੀ ਜਾਵੇ। ਨਿਯੰਤਰਣ ਕਿ ਉਹ ਕਹਿੰਦੇ ਸੀ ਸਾਡਾ ਕੰਪਨੀ 'ਤੇ ਨਿਯੰਤਰਣ ਵੀ ਬਣਿਆ ਰਹੇ, ਜਿਹਨੂੰ ਕੰਪਨੀ ਦੇ ਨਿਯੰਤਰਣ ਵਿੱਚ ਰੱਖ ਕੇ ਕਿ ਆਪਦਾ ਸ਼ਾਸਨ ਚਲਾ ਸਕੀਏ। ਇਹ ਕੌਣ ਚਾਹੁੰਦਾ ਸੀਗਾ? ਬ੍ਰਿਟਿਸ਼ ਸਰਕਾਰ। ਇਸ ਲਈ ਉਹਨਾਂ ਨੇ 1773 ਦਾ ਐਕਟ ਲਿਆਂਦਾ ਗਿਆ। ਇਹਨੂੰ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਸਰਕਾਰ ਦੁਆਰਾ ਚੁੱਕਿਆ ਗਿਆ ਪਹਿਲਾ ਕਦਮ। ਦੂਜਾ ਦੇਖਦੇ ਹਾਂ ਆਪਾਂ ਸੰਵਿਧਾਨਕ ਪੱਖੋਂ ਮਹੱਤਵਪੂਰਨ ਕੀ ਸੀ ਪੁਆਇੰਟ। ਇਸ ਐਕਟ ਦੁਆਰਾ ਪਹਿਲੀ ਵਾਰ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਮਿਲ ਗਈ। ਇਹ ਤੋਂ ਪਹਿਲਾਂ ਕੀ ਸੀ? ਜਿਹੜਾ ਕੰਪਨੀ ਦਾ ਕੰਮ ਸੀ ਸਿਰਫ ਵਪਾਰ ਕਰਨ ਤੱਕ ਹੀ ਸੀਮਿਤ ਸੀਗਾ। ਇਸ ਐਕਟ ਨੇ ਉਹਨਾਂ ਨੂੰ ਕੀ ਦਿੱਤਾ ਸੀ? ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਦੀ ਮਾਨਤਾ ਦਿੱਤੀ, ਕਿ ਹੁਣ ਕੀ ਸੀ ਉਹ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮ ਸੰਭਾਲਣ ਲੱਗ ਗਏ ਸੀ। ਸੰਭਾਲਦੇ ਤਾਂ ਪਹਿਲਾਂ ਸੀ, ਪਰ ਉਹਨਾਂ ਨੂੰ ਉਦੋਂ ਮਾਨਤਾ ਨਹੀਂ ਮਿਲੀ ਸੀ। ਮਾਨਤਾ ਕਦੋਂ ਮਿਲੀ? 1773 ਦੇ ਰੈਗੂਲੇਟਿੰਗ ਐਕਟ ਦੇ ਨਾਲ। ਕਿਹੜੇ ਕੰਮਾਂ ਦੀ? ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਦੀ। ਹਾਂਜੀ, ਇਹ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ। ਤੀਜਾ ਇਹਦਾ ਹੈਗਾ ਮਹੱਤਵਪੂਰਨ ਬਿੰਦੂ ਹੈਗਾ, ਇਸ ਐਕਟ ਦੁਆਰਾ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਨੀਂਹ ਰੱਖੀ ਗਈ। ਕੇਂਦਰੀ ਪ੍ਰਸ਼ਾਸਨ ਦੀ ਨੀਂਹ ਕਿਹੜੇ ਐਕਟ ਨਾਲ ਰੱਖੀ ਗਈ? ਰੈਗੂਲੇਟਿੰਗ ਐਕਟ 1773 ਦੇ ਨਾਲ। ਹਾਂਜੀ, ਜਿਹੜੇ ਆਪਾਂ 3 ਬਿੰਦੂ ਪੜ੍ਹੇ ਹੈ ਇਹ ਹੈਗੇ ਸੰਵਿਧਾਨਕ ਪੱਖੋਂ ਬਹੁਤ ਮਹੱਤਵਪੂਰਨ। ਹੁਣ ਆਪਾਂ ਗੱਲ ਕਰਾਂਗੇ ਰੈਗੂਲੇਟਿੰਗ ਐਕਟ 1773 ਦੀਆਂ ਵਿਸ਼ੇਸ਼ਤਾਵਾਂ ਕੀ ਸੀ। ਇਹਦੀ ਪਹਿਲੀ ਵਿਸ਼ੇਸ਼ਤਾ ਸੀਗੀ, ਇਸ ਅਧਿਨਿਯਮ ਦੁਆਰਾ ਬੰਗਾਲ ਦੇ ਗਵਰਨਰ ਨੂੰ ਬੰਗਾਲ ਦੇ ਗਵਰਨਰ ਜਨਰਲ ਨਾਂ ਦਾ ਪਦ ਦਿੱਤਾ ਗਿਆ। ਪਹਿਲਾਂ ਜਿਹੜਾ ਬੰਗਾਲ ਦਾ ਗਵਰਨਰ ਸੀਗਾ ਉਹਨੂੰ ਕੀ ਬਣਾ ਦਿੱਤਾ ਗਿਆ? ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਅਤੇ ਉਸ ਦੀ ਸਹਾਇਤਾ ਦੇ ਲਈ ਇੱਕ 4 ਮੈਂਬਰੀ ਕਾਰਜਕਾਰੀ ਪਰਿਸ਼ਦ ਦਾ ਗਠਨ ਕੀਤਾ ਗਿਆ। ਕਿੰਨੇ ਮੈਂਬਰੀ? 4 ਮੈਂਬਰੀ ਕਾਰਜਕਾਰੀ ਪਰਿਸ਼ਦ ਦਾ। ਤੁਸੀਂ ਇਹ ਵੀ ਯਾਦ ਰੱਖਣਾ ਕਿ 4 ਮੈਂਬਰੀ ਕਾਰਜਕਾਰੀ ਪਰਿਸ਼ਦ ਸੀਗੀ। ਇਸ ਐਕਟ ਦੇ ਤਹਿਤ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਲਾਰਡ ਵਰੇਨ ਹੈਸਟਿੰਗਜ਼ ਬਣਿਆ। ਕਿਹਦਾ ਬਣਿਆ ਸੀ? ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਸੀ? ਵਰੇਨ ਹੈਸਟਿੰਗਜ਼। ਹਾਂਜੀ, ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ, ਐਗਜ਼ਾਮ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਸੀ? ਵਰੇਨ ਹੈਸਟਿੰਗਜ਼। ਇਸ ਤੋਂ ਬਾਅਦ ਹੈ ਭਾਰਤ ਸਚਿਵ ਦੀ ਪੂਰਵ ਅਨੁਮਤੀ ਤੇ ਗਵਰਨਰ ਜਨਰਲ ਤੇ ਉਸ ਦੀ ਪਰਿਸ਼ਦ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ।
फिर अगे है इस अधिनियम द्वारा मद्रास ते मुंबई के गवर्नर बंगाल के गवर्नर जनरल के अधीन हो गए। किहड़े मद्रास ते मुंबई के जिहड़े गवर्नर सीगे बंगाल के गवर्नर जनरल के अधीन हो गए, जदों कि पहलां सारियां प्रेजिडेंसियां के गवर्नर एक दूजे तो वखरे सन। अर्थात बंबई और मद्रास प्रेजिडेंसी नूं कलकत्ता प्रेजिडेंसी के अधीन कर दिता गया। अगे है रेगूलेटिंग एक्ट 1773 के अनुसार कलकत्ता 1774 ईस्वी में सुप्रीम कोर्ट की स्थापना की गई। हाँ जी, ये की इंपोर्टेंट है कि सुप्रीम कोर्ट की स्थापना पहलां कदों की गई? 1774 ईस्वी में। कित्थे की गई? कलकत्ता विखे। इस तो बाद है जिस दे विच एक मुख जज ते 3 होर जज सी। किन्ने सीगे? टोटल 4 जज सी, एक मुख सीगा, 3 उहदे सहायक सी। इस सुप्रीम कोर्ट का पहला मुख जज सर एलिजा एम्पे सी। जिहड़ा मुख जज सीगा वो सीगा सर एलिजा एम्पे। हाँ जी, ये भी क्वेश्चन बहुत इंपोर्टेंट है, बहुत बार पेपर 'च पूछा जाता है कि जिहड़ा सुप्रीम कोर्ट का पहला मुख जज कौन बनया सी? सर एलिजा एम्पे। इस अदालत 3 होर जज सन, चैंबर्स, लिमेस्टर ते हाइड। इस अधिनियम के अनुसार अंग्रेज़ों को निजी व्यापार करन अते भारतीयों तो तोहफे या रिश्वत लैन ते पाबंदी लगा दी गई कि सीगा जिहड़े कंपनी सीगी वो घाटे जा रही सी, जिहड़े कंपनी के कर्मचारी सीगे वो अपना व्यापार खुद दा करन लग गए, जिहदे नाल कि कंपनी नूं नुकसान होना सीगा। इस दे नाल ही फिर उन्होंने की कीता, जिहड़े कंपनी के कर्मचारी सी उन्हां ते रोक लगा दी गई निजी व्यापार करन ते कि वो कंपनी के थ्रू ही व्यापार करन, ते भारतीयों तो तोहफे अते रिश्वत लैन ते भी पाबंदी लगा दी गई। अगे है इस अधिनियम द्वारा ब्रिटिश सरकार का कोर्ट ऑफ डायरैक्टर कंपनी के गवर्निंग बॉडी के माध्यम नाल कंपनी ते नियंत्रण मजबूत हो गया। किने नियंत्रण किया सीगा? ब्रिटिश सरकार ने। किवें किया सीगा? कोर्ट ऑफ डायरैक्टर के माध्यम नाल। अगे है इसने भारत में इसके राजस्व, नागरिक ते सैनिक मामलों की जिहड़ी जानकारी है वो किनूं देना जरूरी करता सी? ब्रिटिश सरकार नूं। किहड़े एक्ट नाल? 1773 के रेगूलेटिंग एक्ट नाल। अगे है व्यापार दीयां सारियां सूचनावां ब्रिटिश क्राउन नूं देणियां जरूरी करतीआं सीगीआं। किन्नी सूचनावां? व्यापार दीयां जिहड़ियां सारियां सूचनावां सी वो क्राउन नूं देणियां जरूरी करतीआं सीगीआं। हाँ जी, आई होप कि तुहानूं मेरी वीडियो पसंद आई होगी। जे वीडियो पसंद आई है तो इसनूं लाइक करो, शेयर करो, तो इस तरह दी होर वीडियो देखने साडे चैनल नूं सबसक्राइब करो। हाँ जी, इस दे नाल ही आपां बहुत जल्दी ही मॉडर्न हिस्टरी भी शुरू करने वाले हैं, जिहदे नाल तुहाडे जिहड़े संविधान के पक्षों डाउट है वो भी क्लीयर हो जाएंगे। हाँ जी, तो मिलते हैं आपां नैक्सट वीडियो। धन्यवाद।